ਕਾਂਡ 24 ਵਿਦੇਸ਼ੀ ਸਬੰਧ ਅਤੇ ਖਾਲਿਸਤਾਨ। ਸਰਕਾਰੀ ਬੁਲਾਰੇ ਤੇ ਭਾਰਤੀ ਸੰਚਾਰ ਮਾਧਿਅਮ ਵਿਦੇਸ਼ੀ ਏਜੰਸੀਆਂ ਉੱਪਰ ਸਿੱਖ ਆਤੰਕਵਾਦੀਆਂ ਨੂੰ ਰੁਪਇਆ, ਹਥਿਆਰ, ਸਿਖਲਾਈ, ਸਹੂਲਤਾਂ ਤੇ ਸ਼ਰਨ ਦੇ ਕੇ ਭਾਰਤ ਨੂੰ ਅਸਥਿਰ ਕਰਨ ਦੇ ਦੋਸ਼ ਲਾਉਂਦੇ ਰਹੇ ਹਨ। ਜਿਨ੍ਹਾਂ ਦੋ ਏਜੰਸੀਆਂ ਦਾ ਨਾਮ ਵਧੇਰੇ ਲਿਆ ਜਾਂਦਾ ਰਿਹਾ ਸੀ, ਉਹਨਾਂ ਵਿੱਚ ਅਮਰੀਕਾ ਦੀ CIA, ਕਦੇ ਕਥਿਤ ਦੋਸ਼ ਵੀ ਲਾਇਆ ਜਾਂਦਾ ਸੀ ਕਿ ਉਹ ਪੱਛਮੀ ਜਰਮਨੀ ਦੇ ਏਜੰਟਾਂ ਰਾਹੀਂ ਵੀ ਕਰਦੇ ਸਨ, ਤੇ ਪਾਕਿਸਤਾਨ ਸ਼ਾਮਲ ਸਨ। ਭਾਵੇਂ ਹੁਣ ਤੱਕ ਕਿਸੇ ਵਿਦੇਸ਼ੀ ਸਰਕਾਰ ਦੀ ਸ਼ਮੂਲੀਅਤ ਦਾ ਕੋਈ ਪ੍ਰਮਾਣ ਨਹੀਂ ਦਿੱਤਾ ਗਿਆ ਸੀ, ਪਰ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ ਗ੍ਰਿਫਤਾਰ ਕੀਤੇ ਗਏ ਸਿੱਖ ਆਤੰਕਵਾਦੀਆਂ ਨੂੰ ਰੂਬਰੂ ਕਰ ਦਿੱਤਾ ਸੀ, ਜੋ ਪਾਕਿਸਤਾਨ ਵਿੱਚ ਉਹਨਾਂ ਏਜੰਸੀਆਂ ਦਾ ਹੋਣਾ ਸਿੱਧ ਕਰਦੇ ਸਨ ਜੋ ਉਹਨਾਂ ਨੂੰ ਸ਼ਰਨ ਦਿੰਦੀਆਂ ਸਨ, ਨਵੇਂ ਰਿਕਰੂਟਾਂ ਨੂੰ ਸਿਖਲਾਈ ਤੇ ਵਿਸ਼ੇਸ਼ ਪ੍ਰਕਾਰ ਦੀ ਸਿੱਖਿਆ ਦਿੰਦੀਆਂ ਸਨ, ਉਹਨਾਂ ਲਈ ਹਥਿਆਰ ਖਰੀਦ ਕੇ ਭਾਰਤ ਵਿੱਚ ਚੋਰੀ ਭੇਜਦੀਆਂ ਸਨ। ਪਾਕਿਸਤਾਨ ਲਗਾਤਾਰ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਆ ਰਿਹਾ ਸੀ। ਵਿਦੇਸ਼ੀ ਦਖਲ ਦਾ ਇੱਕੋ ਇੱਕ ਪੱਕਾ ਪ੍ਰਮਾਣ ਇਹ ਸੀ ਕਿ ਅਮਰੀਕਾ, ਇੰਗਲੈਂਡ ਵੀ ਖਾਲਿਸਤਾਨ ਦੀ ਮੰਗ ਦੇ ਪ੍ਰਚਾਰ ਤੇ ਆਤੰਕਵਾਦੀਆਂ ਕਾਰਵਾਈਆਂ ਵਿੱਚ ਲੱਗੇ ਹੋਏ ਸਨ। ਇਹ ਅਨੁਮਾਨ ਲਾਇਆ ਗਿਆ ਹੈ ਕਿ 1 ਕਰੋੜ 80 ਲੱਖ ਸਿੱਖਾਂ ਵਿੱਚੋਂ ਲਗਭਗ 20 ਲੱਖ ਲੋਕ ਭਾਰਤ ਤੋਂ ਬਾਹਰ ਰਹਿੰਦੇ ਹਨ। 3000 ਗੁਰਦੁਆਰਿਆਂ ਵਿੱਚੋਂ ਲਗਭਗ 500 ਗੁਰਦੁਆਰੇ ਭਾਰਤ ਤੋਂ ਬਾਹਰ ਹਨ। ਸੰਸਾਰ ਵਿੱਚ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜਿੱਥੇ ਕੋਈ ਸਿੱਖ ਪਰਿਵਾਰ ਨਾ ਹੋਣ, ਸਿੱਖ ਪੂਜਾ ਸਥਾਨ ਤੇ ਸਮਾਜਿਕ ਸੰਭਾਵਨਾਵਾਂ ਨਾ ਹੋਣ। ਇਹਨਾਂ ਵਿੱਚ ਸਭ ਤੋਂ ਜ਼ਿਆਦਾ ਬਰਤਾਨੀਆ ਵਿੱਚ ਹਨ। ਦੂਸਰੇ ਵਿਸ਼ਵ ਯੁੱਧ ਤੱਕ ਬਰਤਾਨੀਆ ਵਿੱਚ ਸਿੱਖਾਂ ਦੀ ਗਿਣਤੀ ਕੁਝ ਹਜ਼ਾਰ ਹੀ ਸੀ। ਉਹਨਾਂ ਦਾ ਕੇਂਦਰੀ ਗੁਰਦੁਆਰਾ ਲੰਡਨ ਦੇ ਸ਼ੈਪਹਰਡ ਬੁਸ਼ ਵਿੱਚ ਤੇ ਕੁਝ ਛੋਟੇ ਗੁਰਦੁਆਰੇ ਮਾਨਚੈਸਟਰ ਤੇ ਬਰਮਿੰਘਮ ਵਰਗੇ ਸ਼ਹਿਰਾਂ ਵਿੱਚ ਹੁੰਦੇ ਸਨ। ਸਿੱਖ ਸਮਾਜ ਵਿਦਿਆਰਥੀਆਂ, ਪੇਸ਼ੇਵਰ ਲੋਕ ਤੇ ਫੇਰੀ ਲਾਉਣ ਵਾਲੇ ਭਾਟੜਿਆਂ ਤੇ ਆਧਾਰਿਤ ਸੀ। ਸੁਤੰਤਰਤਾ ਪਿੱਛੋਂ ਤੇ 1947 ਦੀ ਪੰਜਾਬ ਦੀ ਵੰਡ ਪਿੱਛੋਂ ਇੱਕ ਸਾਲ ਪਾਕਿਸਤਾਨ ਤੋਂ ਉਜੜੇ ਹੋਏ ਪ੍ਰਵਾਸੀਆਂ ਦਾ ਵਹਾਅ ਬਰਤਾਨੀਆ ਵੱਲ ਹੋ ਗਿਆ। ਉਹਨਾਂ ਨੂੰ ਅੰਗਰੇਜ਼ ਮਾਲਕਾਂ ਦੇ ਕਾਰਖਾਨਿਆਂ ਵਿੱਚ ਝਟਪਟ ਮੁਲਾਜ਼ਮਤ ਮਿਲ ਗਈ, ਜਿੱਥੇ ਉਸ ਸਮੇਂ ਅਰਧ ਸਿੱਖਿਅਤ ਕਾਮਿਆਂ ਦੀ ਅਤਿਅੰਤ ਘੱਟ ਸੀ। ਉਹਨਾਂ ਮਗਰੋਂ ਬਰਤਾਨੀਆ ਦੇ ਕਦੇ ਅਧੀਨ ਰਹੇ ਮੁਲਕਾਂ ਕੀਨੀਆ, ਯੁਗਾਂਡਾ ਤੇ ਪੂਰਬੀ ਅਫਰੀਕਾ ਦੇ ਹੋਰ ਮੁਲਕਾਂ ਤੋਂ ਸਿੱਖ ਆਉਣੇ ਸ਼ੁਰੂ ਹੋ ਗਏ। ਸਿੱਖ ਪ੍ਰਵਾਸੀਆਂ ਦਾ ਆਖਰੀ ਜੱਥਾ ਨੀਲਾ ਤਾਰਾ ਸਾਕਾ ਤੇ ਸ਼੍ਰੀਮਤੀ ਗਾਂਧੀ ਦੇ ਕਤਲ ਪਿੱਛੋਂ 1984 ਦੀ ਪਤਝੜ ਰੁੱਤ ਵਿੱਚ ਆਇਆ। ਭਾਵੇਂ ਗਿਣਤੀ ਪੱਖੋਂ ਇਹ ਟੋਲੀ ਛੋਟੀ ਸੀ, ਪਰ ਇਹ ਧਾਰਮਿਕ ਤੌਰ ਤੇ ਕੱਟੜ ਤੇ ਮੂਲਵਾਦੀ ਹੋਣ ਕਾਰਨ ਭਾਰਤ ਸਰਕਾਰ ਦੀ ਸਖਤ ਵਿਰੋਧੀ ਸੀ। ਸਿੱਖ ਫਿਰਕੇ ਦੀ ਹੁਣ ਇੰਗਲੈਂਡ ਵਿੱਚ ਗਿਣਤੀ ਦਾ ਅੰਦਾਜ਼ਾ 3 ਲੱਖ ਲਾਇਆ ਜਾਂਦਾ ਹੈ ਤੇ ਇੱਥੋਂ ਦੇ 145 ਗੁਰਦੁਆਰੇ ਵਧੇਰੇ ਕਰਕੇ ਅੱਤਵਾਦੀਆਂ ਦੇ ਪ੍ਰਬੰਧ ਅਧੀਨ ਹਨ। ਪਹਿਲੇ ਕਾਂਡ ਵਿੱਚ ਅਸੀਂ ਕੈਨੇਡਾ ਤੇ USA ਵਿੱਚ ਸਿੱਖ ਸੰਗਠਨਾਂ ਦਾ ਜ਼ਿਕਰ ਕੀਤਾ ਹੈ। ਦੂਸਰੇ ਵਿਸ਼ਵ ਯੁੱਧ ਵਿੱਚ ਦੋਹਾਂ ਹੀ ਮੁਲਕਾਂ ਵਿੱਚ ਸਿੱਖਾਂ ਦੀ ਵਸੋਂ 10,000 ਤੱਕ ਹੀ ਸੀ। 1985 ਤੱਕ ਇਹ ਅਨੁਮਾਨ ਲਾਇਆ ਗਿਆ ਸੀ ਕਿ ਉਹਨਾਂ ਦੀ ਗਿਣਤੀ 1,20,000 ਤੋਂ ਲੈ ਕੇ 2 ਲੱਖ ਤੱਕ ਕੈਨੇਡਾ ਵਿੱਚ ਤੇ 1.5 ਲੱਖ ਅਮਰੀਕਾ ਵਿੱਚ ਹੈ। ਕੈਨੇਡਾ ਵਿੱਚ ਗੁਰਦੁਆਰਿਆਂ ਦੀ ਗਿਣਤੀ 125 ਹੈ ਤੇ ਅਮਰੀਕਾ ਵਿੱਚ ਇਹ ਗਿਣਤੀ 90 ਹੈ ਤੇ ਇੰਗਲੈਂਡ ਵਾਂਗ ਇਹਨਾਂ ਮੁਲਕਾਂ ਵਿੱਚ ਵੀ ਇਹ ਵਧੇਰੇ ਕਰਕੇ ਅੱਤਵਾਦੀਆਂ ਦੇ ਪ੍ਰਬੰਧ ਅਧੀਨ ਹਨ। 1984 ਤੱਕ ਵਿਦੇਸ਼ੀ ਸਿੱਖ ਸੰਗਠਨ ਦੀਆਂ ਗਤੀਵਿਧੀਆਂ ਥੋੜ੍ਹੇ ਸਮੇਂ ਲਈ ਕੈਨੇਡਾ ਤੇ ਅਮਰੀਕਾ ਵਿੱਚ ਗਦਰ ਪਾਰਟੀ ਦੀ ਸ਼ਮੂਲੀਅਤ ਤੋਂ ਬਿਨਾਂ ਵਧੇਰੇ ਕਰਕੇ ਸਥਾਨਕ ਗੁਰਦੁਆਰਿਆਂ ਦੇ ਮਾਮਲਿਆਂ ਤੱਕ ਹੀ ਸੀਮਤ ਰਹੀਆਂ। ਭਾਰਤੀ ਸੈਨਾ ਦੇ ਸਵਰਨ ਮੰਦਰ 'ਤੇ ਹਮਲਾ ਕਰਨ ਪਿੱਛੋਂ ਉਹਨਾਂ ਦੇ ਦ੍ਰਿਸ਼ਟੀਕੋਣ ਵਿੱਚ ਪੂਰੀ ਤਰ੍ਹਾਂ ਪਰਿਵਰਤਨ ਆ ਗਿਆ। ਵਧੇਰੇ ਕੱਟੜ ਤੇ ਪਰੰਪਰਾਵਾਦੀਆਂ ਤੇ ਰਾਜਨੀਤੀ ਤੋਂ ਪ੍ਰੇਰਿਤ ਨਵੇਂ ਆਉਣ ਵਾਲਿਆਂ ਨੇ ਉਦਾਰਵਾਦੀਆਂ ਤੇ ਬਾਲ ਕੱਟਿਆਂ ਤੋਂ ਗੁਰਦੁਆਰਿਆਂ ਦਾ ਪ੍ਰਬੰਧ ਲੈ ਕੇ ਉਹਨਾਂ ਨੂੰ ਸਰਕਾਰ ਦੇ ਵਿਰੁੱਧ ਪ੍ਰਚਾਰ ਦਾ ਅਖਾੜਾ ਬਣਾ ਦਿੱਤਾ ਹੈ। ਖਾਲਿਸਤਾਨ ਦਾ ਪ੍ਰਚਾਰ ਕਰਨ ਲਈ ਤੇ ਭਾਰਤ ਵਿੱਚ ਆਤੰਕਵਾਦੀਆਂ ਦੀ ਸਹਾਇਤਾ ਕਰਨ ਲਈ ਬਹੁਤ ਸਾਰੀਆਂ ਸੰਸਥਾਵਾਂ ਕਾਇਮ ਹੋ ਗਈਆਂ। ਕੈਂਪਾਂ ਦਾ ਆਯੋਜਨ ਕੀਤਾ ਗਿਆ ਤੇ ਗੁਰੀਲਾ ਯੁੱਧ ਵਿੱਚ ਸਿਖਲਾਈ ਦੇਣ ਲਈ ਭਾੜੇ ਦੇ ਸਿਪਾਹੀ ਰੱਖੇ ਗਏ। ਲਗਭਗ ਪੰਜਾਬ ਵਿੱਚ ਹਰ ਆਤੰਕਵਾਦੀ ਜਥੇਬੰਦੀ ਦੀ ਇੰਗਲੈਂਡ, ਕੈਨੇਡਾ ਤੇ ਅਮਰੀਕਾ ਵਿੱਚ ਸਮਾਨਾਂਤਰ ਸੰਸਥਾ ਸੀ। ਉਹਨਾਂ ਦੇ ਉੱਥੇ ਵੀ ਬੱਬਰ ਖਾਲਸਾ, ਅਖੰਡ ਕੀਰਤਨੀ ਜੱਥਾ, ਭਿੰਡਰਾਂਵਾਲਾ ਟਾਈਗਰ ਫੋਰਸ, ਖਾਲਿਸਤਾਨ ਲਿਬਰੇਸ਼ਨ ਫੋਰਸ ਤੇ ਅੰਤਰਰਾਸ਼ਟਰੀ ਸਿੱਖ ਯੁਵਕ ਸੰਘ, ਖਾਲਸਾ ਕਮਾਂਡੋ ਫੋਰਸ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਆਦਿ ਨਾਮ ਦੇ ਦਲ ਸਨ। ਗੁਰਦੁਆਰਿਆਂ ਵਿੱਚ ਬਾਕਾਇਦਗੀ ਨਾਲ ਭਾਰਤ ਵਿੱਚ ਆਪਣੀਆਂ ਮੂਲ ਸੰਸਥਾਵਾਂ ਨੂੰ ਭੇਜਣ ਲਈ ਪੈਸੇ ਇਕੱਠੇ ਕੀਤੇ ਜਾਂਦੇ ਸਨ। ਇਹਨਾਂ ਤਿੰਨਾਂ ਹੀ ਮੁਲਕਾਂ ਵਿੱਚ ਕਈ ਹਿੰਸਕ ਕਾਰਵਾਈਆਂ ਵੀ ਕੀਤੀਆਂ ਗਈਆਂ। ਜਦੋਂ ਨੀਲਾ ਤਾਰਾ ਸਾਕਾ ਤੇ ਨਵੰਬਰ 1984 ਵਿੱਚ ਸਿੱਖਾਂ ਦੇ ਕਤਲੇਆਮ ਦਾ ਗੁੱਸਾ ਕੁਝ ਘੱਟ ਹੋਇਆ ਤਾਂ ਇਹ ਸੰਸਥਾਵਾਂ ਕਈ ਧੜਿਆਂ ਵਿੱਚ ਵੰਡੀਆਂ ਗਈਆਂ। ਪੁਲਿਸ ਤੇ ਗੁਪਤਚਰ ਸੰਸਥਾਵਾਂ ਇਹਨਾਂ ਵਿੱਚ ਘੁਸਪੈਠ ਕਰਨ ਤੇ ਉਹਨਾਂ ਦੀਆਂ ਕਾਰਵਾਈਆਂ ਖਤਮ ਕਰਨ ਵਿੱਚ ਸਫਲ ਹੋਈਆਂ। ਬਹੁਤ ਸਾਰੀਆਂ ਵਿਦੇਸ਼ੀ ਸਿੱਖ ਸੰਸਥਾਵਾਂ ਦੀ ਹੋਂਦ ਨਾਮ ਮਾਤਰ ਹੀ ਹੈ। ਉਹਨਾਂ ਦੇ ਨਾਮ ਦੀਆਂ ਕਾਪੀਆਂ ਤੇ ਪੱਤਰ ਵਿਹਾਰ ਲਈ ਪੈਡ ਛਪੇ ਹਨ, ਪਰ ਉਹਨਾਂ ਦੇ ਮੈਂਬਰਾਂ ਦੀ ਭਰਤੀ ਬਹੁਤ ਹੀ ਥੋੜ੍ਹੀ ਹੈ ਤੇ ਆਮ ਤੌਰ 'ਤੇ ਉਹ ਬਾਨੀ ਪ੍ਰਧਾਨਾਂ ਦੇ ਘਰ ਵਿੱਚ ਹੀ ਸਥਿਤ ਹਨ।
ਐਸੀਆਂ ਸੰਸਥਾਵਾਂ ਗੰਗਾ ਸਿੰਘ ਢਿੱਲੋਂ ਦੀ ਨਨਕਾਣਾ ਸਾਹਿਬ ਫਾਊਂਡੇਸ਼ਨ ਤੇ ਸਿੱਖ ਕਾਮਨਵੈਲਥ ਫਾਊਂਡੇਸ਼ਨ, ਉੱਤਰੀ ਅਮਰੀਕਾ ਦੀ ਸਿੱਖ ਕੌਂਸਲ, USA ਦੀ ਸਿੱਖ ਫਾਊਂਡੇਸ਼ਨ ਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਆਦਿ ਹਨ। ਕੁਝ ਮਹੱਤਵ ਵਾਲੀ ਸੰਸਥਾ ਵਿਸ਼ਵ ਸਿੱਖ ਸੰਸਥਾ ਹੈ, ਜੋ 27 ਜੁਲਾਈ 1984 ਨੂੰ ਨਿਊਯਾਰਕ ਵਿੱਚ ਕਾਇਮ ਕੀਤੀ ਗਈ ਸੀ। ਇੱਕ ਸਮੇਂ ਇਹ ਦਾਅਵਾ ਕਰਦੀ ਸੀ ਕਿ ਇਸ ਦੇ ਕੈਨੇਡਾ ਵਿੱਚ 15,000, UK ਦੇ ਵਿੱਚ 1,000 ਤੇ ਇੰਗਲੈਂਡ ਵਿੱਚ ਵੀ 1,000 ਮੈਂਬਰ ਸਨ। ਸੰਸਥਾ ਤਾਂ ਹੀ ਕਾਇਮ ਰਹੀ ਕਿਉਂਕਿ ਇਸ ਨੂੰ ਯੂਬਾ ਸਿਟੀ ਦੇ ਦਿਦਾਰ ਸਿੰਘ ਬੈਂਸ ਵਰਗੇ ਕੁਝ ਅਮੀਰ ਸਿੱਖਾਂ ਵੱਲੋਂ ਮਾਇਕ ਸਹਾਇਤਾ ਮਿਲਦੀ ਸੀ। ਕਿਸੇ ਸਮੇਂ ਰਿਟਾਇਰਡ ਮੇਜਰ ਜਨਰਲ ਜਸਵੰਤ ਸਿੰਘ ਭੁੱਲਰ ਇਸ ਦਾ ਜਨਰਲ ਸਕੱਤਰ ਰਿਹਾ ਸੀ। ਜਦੋਂ ਉਸ ਨੂੰ ਇਸ ਪਦਵੀ ਤੋਂ ਹਟਾ ਦਿੱਤਾ ਗਿਆ, ਇਹ ਸੰਸਥਾ ਵੀ ਸਰਗਰਮ ਨਾ ਰਹੀ। ਉੱਤਰੀ ਅਮਰੀਕਾ ਦੀਆਂ ਖਾਲਿਸਤਾਨੀਆਂ ਦੀਆਂ ਸੰਸਥਾਵਾਂ ਵਿੱਚੋਂ ਇੱਕੋ ਇੱਕ ਇੰਟਰਨੈਸ਼ਨਲ ਸਿੱਖ ਸੰਸਥਾ ਹੀ ਰਹਿ ਗਈ ਹੈ, ਜਿਸ ਦੇ 150 ਮੈਂਬਰ ਹਨ। ਇੱਕ ਉੱਘਾ ਆਨਮਿਕ ਜੀਵ ਵਿਗਿਆਨੀ ਗੁਰਮੀਤ ਸਿੰਘ ਔਲਖ ਇਸ ਦਾ ਤੇ ਕੌਂਸਲ ਆਫ ਖਾਲਿਸਤਾਨ ਦਾ ਪ੍ਰਧਾਨ ਹੈ। ਉਹੀ ਇੱਕੋ ਇੱਕ ਯੋਗਤਾ ਤੇ ਹੈਸੀਅਤ ਦਾ ਮਾਲਕ ਹੈ, ਜੋ ਅਮਰੀਕੀ ਕਾਂਗਰਸ ਦੇ ਮੈਂਬਰਾਂ ਤੇ ਸੈਨੇਟ ਦੇ ਮੈਂਬਰਾਂ ਨਾਲ ਸੰਪਰਕ ਰੱਖਦਾ ਹੈ ਤੇ ਕਦੇ-ਕਦੇ ਭਾਰਤ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਬਾਰੇ ਪ੍ਰਚਾਰ ਸਮੱਗਰੀ ਜਾਰੀ ਕਰਦਾ ਰਹਿੰਦਾ ਹੈ। ਖਾਲਿਸਤਾਨ ਬਾਰੇ ਲਹਿਰ ਖੜੋਤ ਦਾ ਸ਼ਿਕਾਰ ਹੈ। ਇਹ ਸਤੰਬਰ 1971 ਵਿੱਚ ਲੰਡਨ ਵਿੱਚ ਜਗਜੀਤ ਸਿੰਘ ਚੌਹਾਨ ਦੇ ਅਖਬਾਰੀ ਬਿਆਨ ਨਾਲ ਸ਼ੁਰੂ ਕੀਤੀ ਗਈ ਸੀ। ਇੱਕ ਮਹੀਨਾ ਮਗਰੋਂ 13 ਅਕਤੂਬਰ 1971 ਨੂੰ ਨਿਊਯਾਰਕ ਟਾਈਮਜ਼ ਵਿੱਚ ਖਾਲਿਸਤਾਨ ਦੀ ਸਥਾਪਨਾ ਦਾ ਐਲਾਨ ਕਰ ਦਿੱਤਾ ਗਿਆ। ਚੌਹਾਨ ਨੇ ਆਪਣੇ ਆਪ ਨੂੰ ਖਾਲਿਸਤਾਨ ਨੈਸ਼ਨਲ ਕੌਂਸਲ ਦਾ ਪ੍ਰਧਾਨ ਤੇ ਬਲਬੀਰ ਸਿੰਘ ਸੰਧੂ ਨੇ ਇਸ ਦਾ ਸਕੱਤਰ ਚੁਣੇ ਜਾਣ ਦਾ ਐਲਾਨ ਕਰ ਦਿੱਤਾ। ਉਸ ਨੇ ਆਪਣੇ ਮੰਤਰੀ ਮੰਡਲ ਦੇ ਮੰਤਰੀ ਤੇ ਵਿਦੇਸ਼ਾਂ ਵਿੱਚ ਰਾਜਦੂਤਾਂ ਦੀ ਨਿਯੁਕਤੀ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ। 1988 ਤੱਕ ਇੱਕੋ ਇੱਕ ਮੁਲਕ ਜਿਸ ਨੇ ਦੂਤਾਵਾਸ ਖੋਲ੍ਹਣ ਲਈ ਉਹਦੀ ਬੇਨਤੀ ਪ੍ਰਵਾਨ ਕੀਤੀ, ਉਹ ਐਕਵਾਡੋਰ ਸੀ। ਇਸ ਸਾਲ ਵੀ ਕੈਨੇਡਾ ਵਿੱਚ ਉਹਦੇ ਸਮਰਥਕ ਖਾਲਿਸਤਾਨੀ ਪਾਸਪੋਰਟ ਸਿੱਕੇ, ਡਾਕ ਟਿਕਟਾਂ ਜਾਰੀ ਕਰਨ ਤੋਂ ਨਾ ਰੁਕੇ, ਜੋ ਹੁਣ ਸੰਗ੍ਰਹਿਕਾਂ ਲਈ ਵਸਤੂਆਂ ਬਣ ਗਈਆਂ ਹਨ। ਖਾਲਿਸਤਾਨੀ ਲਹਿਰ ਨੂੰ ਭਾਰਤੀ ਸਿੱਖਾਂ ਵਿੱਚ ਵੀ ਪ੍ਰਵਾਨ ਨਹੀਂ ਕੀਤਾ ਗਿਆ। ਇਸ ਨਾਅਰੇ ਦਾ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹੋਛੇ ਤੇ ਬਦਮਾਸ਼ ਟੋਲਿਆਂ ਤੇ ਦਮਦਮੀ ਟਕਸਾਲ ਦੀ ਗ੍ਰੰਥੀਆਂ ਤੇ ਪੁਜਾਰੀਆਂ ਤੋਂ ਬਿਨਾਂ ਕੋਈ ਸਮਰਥਕ ਨਹੀਂ ਹੈ, ਜੋ ਕਦੇ-ਕਦੇ ਸਵਰਨ ਮੰਦਰ ਤੇ ਖਾਲਿਸਤਾਨ ਦਾ ਝੰਡਾ ਲਹਿਰਾ ਕੇ ਨਾਅਰੇ ਲਾ ਛੱਡਦੇ ਹਨ। ਵਿਦੇਸ਼ੀ ਸਿੱਖਾਂ ਵਿੱਚ ਇਹਦੀ ਮੰਗ ਘਟ ਗਈ ਹੈ। ਮੁੱਠੀ ਭਰ ਲੋਕ ਹੀ ਖਾਲਿਸਤਾਨੀ ਪੱਖੀ ਤਕਰੀਰਾਂ ਕਰਦੇ ਰਹਿੰਦੇ ਹਨ, ਪਰ ਬਹੁ ਗਿਣਤੀ ਸਿੱਖ ਇਹਨਾਂ ਲੋਕਾਂ ਤੋਂ ਦੂਰ ਹੋ ਗਏ ਹਨ ਅਤੇ ਉਹ ਗੁਰਦੁਆਰਿਆਂ ਦੀ ਸਿਆਸੀ ਮਨੋਰਥਾਂ ਲਈ ਦੁਰਵਰਤੋਂ ਦਾ ਵਿਰੋਧ ਕਰਦੇ ਹਨ। ਇੱਕ ਸਿੱਖ ਪੱਤਰਕਾਰ ਸਤਿੰਦਰ ਸਿੰਘ, ਜਿਸ ਨੇ ਵਿਦੇਸ਼ਾਂ ਵਿੱਚ 1983 ਤੱਕ ਵਿਸਤ੍ਰਿਤ ਤੇ ਵਿਆਪਕ ਅਧਿਐਨ ਕੀਤਾ ਸੀ, ਇਸ ਸਿੱਟੇ ਤੇ ਪਹੁੰਚਿਆ ਸੀ ਕਿ ਇੰਗਲੈਂਡ, ਕੈਨੇਡਾ ਤੇ ਅਮਰੀਕਾ ਦੇ ਬਹੁਤੇ ਸਿੱਖ ਭਾਰਤੀ ਸਰਕਾਰ ਵਿਰੁੱਧ ਐਤਵਾਰ ਵਾਲੇ ਇਕੱਠਾਂ ਵਿੱਚ ਆਪਣੀ ਭੜਾਸ ਕੱਢਦੇ ਹਨ ਤੇ ਹੁਣ ਉਹ ਹਫ਼ਤਾਵਾਰੀ ਖਾਲਿਸਤਾਨੀ ਬਣ ਕੇ ਰਹਿ ਗਏ ਹਨ। ਪੰਜਾਬ ਦੇ ਆਤੰਕਵਾਦੀਆਂ ਨੂੰ ਪੈਸੇ ਭੇਜਣੇ ਵੀ ਹੁਣ ਬੜੇ ਘਟ ਗਏ ਹਨ। ਸਾਰ ਸੰਖੇਪ: ਸਿੱਖਾਂ ਦਾ 5 ਸਦੀਆਂ ਦਾ ਇਤਿਹਾਸ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੇ 300 ਸਾਲ ਦੇ ਇਤਿਹਾਸ ਨੂੰ ਮੋਟੇ ਤੌਰ 'ਤੇ 100 ਸਾਲ ਦੇ 3 ਭਾਗਾਂ ਵਿੱਚ ਤੇ ਦੂਸਰੇ ਭਾਗ ਨੂੰ 50 ਸਾਲਾਂ ਦੇ 4 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਗੁਰੂ ਨਾਨਕ ਨੇ ਆਪਣਾ ਧਰਮ ਪ੍ਰਚਾਰ 1500 ਈਸਵੀ ਦੇ ਨੇੜੇ ਜਾ ਕੇ ਸ਼ੁਰੂ ਕੀਤਾ। 100 ਸਾਲ ਤੋਂ ਰਤਾ ਕੁ ਮਗਰੋਂ 1604 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਧਰਮ ਗ੍ਰੰਥ ਆਦਿ ਗ੍ਰੰਥ ਦੀ ਸਥਾਪਨਾ ਦਾ ਕਾਰਜ ਮੁਕੰਮਲ ਕੀਤਾ ਤੇ ਸਿੱਖਾਂ ਨੂੰ ਉਹਨਾਂ ਦਾ ਆਪਣਾ ਪਵਿੱਤਰ ਸ਼ਹਿਰ ਅੰਮ੍ਰਿਤਸਰ ਦਿੱਤਾ। ਇਹਨਾਂ 100 ਸਾਲਾਂ ਵਿੱਚ ਸਿੱਖ ਧਰਮ, ਦਰਸ਼ਨ ਤੇ ਫਲਸਫੇ ਦਾ ਵਿਕਾਸ ਹੋਇਆ। ਮਗਰੋਂ ਆਉਣ ਵਾਲੇ 100 ਸਾਲਾਂ ਵਿੱਚ ਸਿੱਖ ਨਾਨਕ ਪੰਥੀਆਂ ਦੇ ਸ਼ਾਂਤੀ ਪਸੰਦ ਫਿਰਕੇ ਤੋਂ ਰਾਜਸੀ ਤਾਕਤ ਦੇ ਸੁਪਨੇ ਲੈਣ ਪ੍ਰਤੀ ਸੁਚੇਤ ਹੋ ਗਏ। ਇਸ ਉੱਪਰ ਪ੍ਰਵਾਨਗੀ ਦੀ ਮੋਹਰ 1699 ਵਿੱਚ ਸਿੱਖਾਂ ਦੇ ਆਖਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਜੁਝਾਰੂ ਜਥੇਬੰਦੀ ਦੀ ਸਥਾਪਨਾ ਕਰਕੇ ਭਾਵ ਖਾਲਸਾ ਸਿਰਜ ਕੇ ਲਾ ਦਿੱਤੀ। ਉਸ ਤੋਂ ਮਗਰੋਂ ਆਈ ਸਦੀ ਨੇ ਸਿੱਖਾਂ ਦੀ ਇੱਕ ਰਾਜਸੀ ਸ਼ਕਤੀ ਵਜੋਂ ਚੜ੍ਹਤਲ ਵੇਖੀ ਤੇ ਬੰਦਾ ਬਹਾਦਰ ਨੇ ਪੰਜਾਬ ਵਿੱਚ ਮੁਗਲ ਰਾਜ ਨੂੰ ਘਾਤਕ ਸੱਟ ਮਾਰੀ ਤੇ ਉਸ ਮਗਰੋਂ ਦਲ ਖਾਲਸਾ ਦੇ ਲੁਟੇਰੇ ਦਲਾਂ ਨੇ ਆਪਣੀ ਤਾਕਤ ਅਟਕ ਤੋਂ ਗੰਗਾ ਦਰਿਆ ਤੱਕ ਫੈਲਾ ਲਈ। ਇਹਨਾਂ ਜਿੱਤਾਂ ਨੂੰ ਰਣਜੀਤ ਸਿੰਘ ਨੇ 1799 ਵਿੱਚ ਲਾਹੌਰ 'ਤੇ ਅਧਿਕਾਰ ਕਰਕੇ ਸੰਗਠਿਤ ਕਰ ਲਿਆ ਤੇ ਪੰਜਾਬ ਦਾ ਮਹਾਰਾਜਾ ਹੋਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੀ ਸਿਆਸੀ ਸਫਲਤਾ ਦਾ ਸੁਨਹਿਰੀ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ 40 ਵਰ੍ਹਿਆਂ ਦਾ ਯਾਨੀ 1799 ਤੋਂ 1839 ਰਾਜ ਹੈ। ਉਸ ਦੀ ਮ੍ਰਿਤੂ ਨਾਲ ਸਿੱਖਾਂ ਦਾ ਇੱਕ ਰਾਜਸੀ ਤੇ ਸਮਾਜਿਕ ਸ਼ਕਤੀ ਵਜੋਂ ਵਿਭਾਜਨ ਸ਼ੁਰੂ ਹੋ ਗਿਆ। ਅੰਗਰੇਜ਼ਾਂ ਤੇ ਸਿੱਖਾਂ ਦੇ ਦੋਹਾਂ ਯੁੱਧਾਂ ਵਿੱਚ ਸਿੱਖ ਸੈਨਾਵਾਂ ਹਾਰ ਗਈਆਂ ਤੇ 1849 ਵਿੱਚ ਉਹਨਾਂ ਦੀ ਬਾਦਸ਼ਾਹੀ ਦਾ ਅੰਗਰੇਜ਼ੀ ਰਾਜ ਵਿੱਚ ਇਲਹਾਕ ਹੋ ਗਿਆ। ਪਤਨ ਜੋ ਸ਼ੁਰੂ ਵਿੱਚ ਬਹੁਤਾ ਦਿਖਾਈ ਨਾ ਦਿੱਤਾ, ਉਹ ਅਸਲ ਵਿੱਚ ਉਸ ਸਮੇਂ ਹੀ ਉਹਨਾਂ ਦੇ ਸਮਾਜਿਕ ਪਤਨ ਨਾਲ ਸ਼ੁਰੂ ਹੋ ਗਿਆ ਸੀ, ਕਿਉਂਕਿ ਵੱਡੀ ਗਿਣਤੀ ਵਿੱਚ ਸਿੱਖਾਂ ਨੇ ਬਾਹਰੀ ਭੇਖ ਜਾਂ ਚਿੰਨ੍ਹਾਂ ਯਾਨੀ ਕਿ ਇਸ ਦਾੜੀ ਨੂੰ ਕਟਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਸਹਿਜਧਾਰੀ ਬਣ ਗਏ ਸਨ।
ਖਾਲਸਾਈ ਪਰੰਪਰਾ ਨੂੰ ਆਰਜ਼ੀ ਤੌਰ ਤੇ ਬਰਤਾਨਵੀ ਸਰਕਾਰ ਨੇ ਕੇਸਾਧਾਰੀ ਸਿੱਖਾਂ ਨੂੰ ਆਰਥਿਕ ਤੇ ਰਾਜਸੀ ਪੱਖੋਂ ਫੌਜ ਵਿੱਚ ਤੇ ਸਿਵਲ ਸੇਵਾਵਾਂ ਵਿੱਚ ਤਰਜੀਹ ਦੇ ਕੇ ਤੇ ਮਗਰੋਂ ਵੱਖਰੇ ਚੋਣ ਹਲਕਿਆਂ ਤੇ ਵਿਧਾਨ ਸਭਾਵਾਂ ਵਿੱਚ ਸੀਟਾਂ ਰਾਖਵੀਆਂ ਕਰਕੇ ਕਾਇਮ ਰੱਖਿਆ। ਇਸ ਨਾਲ ਕੇਸਾਧਾਰੀ ਖਾਲਸੇ ਨੂੰ ਸਹਿਜਧਾਰੀਆਂ ਤੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਹਿੰਦੂਆਂ ਤੋਂ ਦੂਰੀ ਰੱਖਣ ਲਈ ਪ੍ਰੇਰਿਆ। ਇਸ ਦੇ ਸਮਾਨਾਂਤਰ ਹੀ ਸਿੱਖ ਰਾਜਸੀ ਸੰਸਥਾਵਾਂ, ਉਹਨਾਂ ਦੇ ਆਗੂਆਂ ਤੇ ਉਹਨਾਂ ਦੀ ਪਹੁੰਚ ਦੀ ਪ੍ਰਕਿਰਤੀ ਤੇ ਸੁਭਾਅ ਵਿੱਚ ਨਿਗਾਰ ਆ ਗਿਆ। 19ਵੀਂ ਸਦੀ ਦੇ ਅੰਤ ਤੋਂ ਲੈ ਕੇ ਪਹਿਲੇ ਵਿਸ਼ਵ ਯੁੱਧ ਤੱਕ ਸਿੱਖਾਂ ਦੀ ਅਗਵਾਈ ਚੀਫ ਖਾਲਸਾ ਦੀਵਾਨ ਦੇ ਹੱਥ ਰਹੀ, ਜਿਸ ਦੀ ਵਾਗਡੋਰ ਸਰ ਸੁੰਦਰ ਸਿੰਘ ਮਜੀਠਾ, ਹਰਬੰਸ ਸਿੰਘ ਅਟਾਰੀ ਤੇ ਹਾਸ਼ੀਏ ਤੇ ਬੈਠੇ ਸਰ ਜੋਗਿੰਦਰ ਸਿੰਘ ਤੇ ਰਾਜਾ ਸਰ ਦਲਜੀਤ ਸਿੰਘ ਜਿਹੇ ਰਹੀਸਾਂ ਸੀ, ਜੋ ਚੰਗੇ ਪੜ੍ਹੇ ਲਿਖੇ ਸਨ, ਅੰਗਰੇਜ਼ਾਂ ਦੇ ਵਫਾਦਾਰ ਸਨ ਤੇ ਉਹਨਾਂ ਦਾ ਸੰਵਿਧਾਨਕ ਤਰੀਕਿਆਂ ਤੇ ਬਿਨੇ ਪੱਤਰਾਂ ਵਾਲੇ ਢੰਗਾਂ ਤਰੀਕਿਆਂ ਤੇ ਭਰੋਸਾ ਸੀ। ਪਹਿਲੇ ਵਿਸ਼ਵ ਯੁੱਧ ਪਿੱਛੋਂ ਚੀਫ ਖਾਲਸਾ ਦੀਵਾਨ ਪਿੱਛੇ ਤੱਕ ਦਿੱਤਾ ਗਿਆ, ਉਸ ਦੀ ਥਾਂ ਅਕਾਲੀ ਦਲ ਨੇ ਮੰਨ ਲਈ। ਅਕਾਲੀ ਦਲ ਨੂੰ ਪਤਾ ਲੱਗ ਗਿਆ ਕਿ ਵਿਧਾਨ ਸਭਾਵਾਂ ਵਿੱਚ ਮਤੇ ਪਾਸ ਕਰਨ ਤੇ ਹਾਕਮਾਂ ਨੂੰ ਬੇਨਤੀ ਪੱਤਰ ਦੇਣ ਨਾਲੋਂ ਸ਼ਾਸਕਾਂ ਨਾਲ ਸ਼ਾਂਤਮਈ ਨਾ ਮਿਲਵਰਤਨ ਤੇ ਅਹਿੰਸਕ ਅਸਹਿਯੋਗ ਦਾ ਟਕਰਾਓ ਜ਼ਿਆਦਾ ਉਪਯੋਗੀ ਤੇ ਲਾਭਕਾਰੀ ਸੀ। ਇੱਕ ਨਵੀਂ ਨਸਲ ਜੋ ਵਧੇਰੇ ਪੇਂਡੂ ਜਥੇਦਾਰਾਂ ਤੇ ਆਧਾਰਿਤ ਸੀ, ਅੱਗੇ ਆ ਗਈ, ਪਰੰਤੂ ਇਹਨਾਂ ਮੁੱਢਲੇ ਵਰ੍ਹਿਆਂ ਵਿੱਚ ਉਹਨਾਂ ਨੇ ਆਪਣੇ ਮਨੋਰਥਾਂ ਲਈ ਸਮਰਪਿਤ ਪੜ੍ਹੇ ਲਿਖੇ ਨੇਤਾਵਾਂ ਦੀ ਅਗਵਾਈ ਕਬੂਲ ਕੀਤੀ। ਬਾਬਾ ਖੜਕ ਸਿੰਘ, ਮਹਿਤਾਬ ਸਿੰਘ ਤੇ ਮਾਸਟਰ ਤਾਰਾ ਸਿੰਘ ਅਜਿਹੇ ਹੀ ਨੇਤਾ ਸਨ। ਉਹਨਾਂ ਨੇ ਸਿਆਸੀ ਤੇ ਸੰਵਿਧਾਨਕ ਗੱਲਬਾਤ ਤੇ ਸਮਝੌਤਿਆਂ ਦਾ ਕੰਮ ਵੀ ਉੱਜਲ ਸਿੰਘ, ਬੂਟਾ ਸਿੰਘ ਤੇ ਸੰਪੂਰਨ ਸਿੰਘ ਜੇ ਸੋਝੀਵਾਨ ਤੇ ਅਨੁਭਵੀ ਲੋਕਾਂ ਤੇ ਛੱਡ ਦਿੱਤਾ, ਜਿਨ੍ਹਾਂ ਨੇ ਗੋਲਮੇਜ਼ ਕਾਨਫਰੰਸਾਂ ਸਮੇਂ ਸਿੱਖ ਫਿਰਕੇ ਦੀ ਨੁਮਾਇੰਦਗੀ ਕੀਤੀ। ਸ਼ਕਤੀ ਪਰਿਵਰਤਨ ਸਮੇਂ ਗਿਆਨੀ ਕਰਤਾਰ ਸਿੰਘ ਜਿਹੇ ਚਤੁਰ ਤੇ ਸੁਲਝੇ ਹੋਏ ਵਿਅਕਤੀ ਸਿੱਖਾਂ ਵੱਲੋਂ ਸਮਝੌਤੇ ਦੀ ਗੱਲਬਾਤ ਕਰਦੇ ਸਨ। ਨਾਲ ਹੀ ਉਹਨਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੇਤਾਵਾਂ ਵੱਲੋਂ ਖੁਸ਼ੀ-ਖੁਸ਼ੀ ਦਿੱਤੀ ਅਗਵਾਈ ਦਾ ਲਾਭ ਵੀ ਉਠਾਇਆ। ਇਸ ਨੇ ਬਲਦੇਵ ਸਿੰਘ ਜਿਹੇ ਸਧਾਰਨ ਤੇ ਅਨੁਭਵਹੀਨ ਵਿਅਕਤੀਆਂ ਦੀ ਕਮਜ਼ੋਰੀ ਤੇ ਪਰਦਾ ਪਾ ਦਿੱਤਾ, ਜੋ ਜਵਾਹਰ ਲਾਲ ਨਹਿਰੂ ਨੂੰ ਆਪਣਾ ਮੁਰਸ਼ਿਦ ਤੇ ਸਲਾਹਕਾਰ ਸਮਝਦਾ ਸੀ। ਸੁਤੰਤਰਤਾ ਪਿੱਛੋਂ ਤੇ ਪੰਜਾਬ ਦੇ ਬਟਵਾਰੇ ਮਗਰੋਂ ਹੀ ਸਿੱਖਾਂ ਦੀ ਅਗਵਾਈ ਗੰਵਾਰ ਪੇਂਡੂਆਂ ਹੱਥਾਂ ਵਿੱਚ ਆ ਗਈ ਤੇ ਛੇਤੀ ਹੀ ਉਸ ਵਿੱਚ ਨਿਗਾਰ ਆ ਗਿਆ। ਸਵਰਨ ਸਿੰਘ, ਪ੍ਰਤਾਪ ਸਿੰਘ ਕੈਰੋਂ ਤੇ ਜ਼ੈਲ ਸਿੰਘ ਜਿਹੇ ਯੋਗ ਵਿਅਕਤੀ ਅਕਾਲੀਆਂ ਚੋਂ ਨਿਕਲ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉੱਭਰੇ ਅਕਾਲੀ ਨੇਤਾਵਾਂ ਦਾ ਵਿਦਿਅਕ ਤੇ ਨੈਤਿਕ ਪੱਧਰ ਆਪਣੇ ਪੂਰਵਜਾਂ ਨਾਲੋਂ ਬਹੁਤ ਥੱਲੇ ਡਿੱਗ ਗਿਆ। ਉਹਨਾਂ ਦੇ ਪ੍ਰੇਰਨਾ ਸਰੋਤ ਧੜੇਬੰਦੀ ਮੰਤਰੀ ਪਦ ਦੀ ਸੰਭਾਵਨਾ ਜਾਂ ਸਰਕਾਰੀ ਅਦਾਰਿਆਂ ਵਿੱਚ ਆਕਰਸ਼ਕ ਪਦਵੀਆਂ ਬਣ ਗਈਆਂ। ਗੁਰਦੁਆਰਿਆਂ ਵਿੱਚ ਭ੍ਰਿਸ਼ਟਾਚਾਰ ਆਮ ਹੋ ਗਿਆ। ਰਾਜਸੀ ਮਨੋਰਥਾਂ ਲਈ ਗੁਰਦੁਆਰਿਆਂ ਦੇ ਫੰਡਾਂ ਦੀ ਦੁਰਵਰਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਨੂੰ ਜਥੇਦਾਰਾਂ, ਗ੍ਰੰਥੀਆਂ, ਰਾਗੀਆਂ, ਸੇਵਾਦਾਰਾਂ, ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਕਰਮਚਾਰੀਆਂ, ਹਸਪਤਾਲਾਂ ਤੇ ਯਤੀਮਖਾਨਿਆਂ ਦੀਆਂ ਨਿਯੁਕਤੀਆਂ ਵਿੱਚ ਜੋੜ-ਤੋੜ ਨੂੰ ਨਿੱਜੀ ਰਾਜਸੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ ਜਾਣ ਲੱਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂਆਂ ਦੇ ਚਰਿੱਤਰ ਤੇ ਸੁਭਾਅ ਦੀ ਅਧੋਗਤੀ ਦੀ ਇੱਕ ਮਿਸਾਲ ਗੁਰਚਰਨ ਸਿੰਘ ਟੌੜਾ ਸੀ, ਜੋ ਬੜਾ ਘੱਟ ਪੜ੍ਹਿਆ ਤੇ ਖੱਬੀ ਵਿਚਾਰਧਾਰਾ ਵਾਲਾ ਵਿਅਕਤੀ ਸੀ ਤੇ ਉਹ ਲਗਾਤਾਰ 16 ਵਾਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ ਤੇ ਇਸ ਦੇ ਨਾਲ ਹੀ 2 ਵਾਰ ਲੋਕ ਸਭਾ ਦਾ ਮੈਂਬਰ ਵੀ ਬਣਿਆ, ਜਿੱਥੇ ਉਹ ਘੱਟ ਹੀ ਕਦੇ ਹਾਜ਼ਰ ਰਿਹਾ। ਧਰਮ ਨਿਰਪੇਖ ਰਾਜਨੀਤੀ ਵਿੱਚ ਬਾਦਲ, ਬਲਵੰਤ ਸਿੰਘ ਤੇ ਅਮਰਿੰਦਰ ਸਿੰਘ ਜੇ ਸਨ, ਜਿਨ੍ਹਾਂ ਦੀ ਮੁੱਖ ਪ੍ਰਤੀਨਿਧਤਾ ਆਪਣੇ ਸਵਾਰਥਾਂ ਨਾਲ ਹੀ ਸੀ। ਬਰਨਾਲੇ ਵਰਗੇ ਸਾਊ ਸਿਆਸਤਦਾਨ ਗੁੱਠੇ ਲਾ ਦਿੱਤੇ ਗਏ। ਹੌਲੀ-ਹੌਲੀ ਜਥੇਦਾਰਾਂ, ਮੁੱਖ ਗ੍ਰੰਥੀਆਂ, ਰਾਗੀਆਂ ਨੇ ਮਹਿਸੂਸ ਕੀਤਾ ਕਿ ਉਹਨਾਂ ਦੀ ਤਾਂ ਕਿਸੇ ਨੇ ਕੋਈ ਪਰਵਾਹ ਹੀ ਨਹੀਂ ਕੀਤੀ ਤੇ ਉਹਨਾਂ ਨੇ ਵੀ ਗੁਰਦੁਆਰਿਆਂ ਦੀ ਮਾਇਆ ਨੂੰ ਜੱਫਾ ਮਾਰਨ ਦਾ ਦਾਅਵਾ ਕਰ ਦਿੱਤਾ ਤੇ ਉਹਨਾਂ ਦੀ ਆਵਾਜ਼ ਵੀ ਸਿੱਖ ਰਾਜਨੀਤੀ ਵਿੱਚ ਸੁਣਾਈ ਦੇਣ ਲੱਗੀ। ਇਸ ਤਰ੍ਹਾਂ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਨੋਨੀਤ ਧਰਮ ਪ੍ਰਚਾਰਕਾਂ ਤੇ ਜਥੇਦਾਰਾਂ ਨੂੰ ਤਾਕਤ ਸੌਂਪ ਦਿੱਤੀ। ਇਸ ਤਰ੍ਹਾਂ ਸ਼ਬਦ ਕੀਰਤਨ ਕਰਨ ਵਾਲਾ ਦਰਸ਼ਨ ਸਿੰਘ ਰਾਗੀ ਅਕਾਲ ਤਖਤ ਦੇ ਜਥੇਦਾਰ ਦੀ ਪਦਵੀ ਤੇ ਸੁਸ਼ੋਭਿਤ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਉਹ ਵੀ ਥੋੜ੍ਹੇ ਜਿਹੇ ਸਮੇਂ ਲਈ ਪੰਥ ਦੀ ਕਿਸਮਤ ਦਾ ਸੂਤਰਧਾਰ ਬਣ ਗਿਆ। ਅੱਗੋਂ ਜਥੇਦਾਰਾਂ ਹੱਥੋਂ AISSF ਤੇ ਦਮਦਮੀ ਟਕਸਾਲ ਦੇ ਮਨੋਨੀਤ ਛੋਕਰਿਆਂ ਨੇ ਤਾਕਤ ਹਥਿਆਰੀ, ਜਿਹੜੇ ਭਿੰਡਰਾਂਵਾਲੇ ਦੇ ਆਤੰਕਵਾਦੀ ਵਿਚਾਰਧਾਰਾ ਵਿੱਚ ਪਲੇ ਤੇ ਪ੍ਰਵਾਨ ਚੜ੍ਹੇ ਸਨ। ਇਹ ਉਹੀ ਸਨ ਜਿਨ੍ਹਾਂ ਦੀ ਤੂਤੀ ਬੋਲਤੀ ਸੀ। ਸਿੱਖਾਂ ਦਾ ਸਵੈ ਚਿੱਤਰ ਅਸਲੀਅਤ ਨਾਲ ਬੜਾ ਘੱਟ ਮੇਲ ਖਾਂਦਾ ਹੈ। ਸਿੱਖਾਂ ਦੇ ਉਤਸ਼ਾਹ ਤੇ ਉਦਮੀ ਸਭਾ, ਜਿਸ ਨੇ ਉਹਨਾਂ ਨੂੰ ਭਾਰਤ ਦਾ ਅਮੀਰ ਤੇ ਅਗਾਂਹ-ਵਧੂ ਸੰਗਠਨ ਬਣਾਇਆ ਸੀ, ਹੁਣ ਇੱਕ ਫੋਕਾ ਡੰਬਰ ਤੇ ਸ਼ੇਖੀ ਬਣ ਕੇ ਰਹਿ ਗਿਆ ਹੈ। ਧਾਰਮਿਕ ਜੀਵਨ ਨਿਰਾਰਥਕ ਕਰਮਕਾਂਡਾਂ ਤੇ ਪਾੜੇ ਦੇ ਗ੍ਰੰਥੀਆਂ ਵੱਲੋਂ ਕੀਤੇ ਅਖੰਡ ਪਾਠਾਂ ਤੱਕ ਸੀਮਤ ਹੋ ਗਿਆ। ਗ੍ਰੰਥ ਵਿਚਲੇ ਫਲਸਫੇ ਨੂੰ ਸਮਝਣ ਤੇ ਇਸ ਦੇ ਸ਼ਬਦਾਂ ਦਾ ਅਧਿਐਨ ਕਰਨ ਦੀ ਥਾਂ ਗ੍ਰੰਥ ਦੀ ਪੂਜਾ ਤੱਕ ਸੀਮਤ ਹੋ ਗਿਆ, ਜਿਵੇਂ ਇਹ ਵੀ ਕੋਈ ਮੂਰਤੀ ਹੋਵੇ। ਤੇ ਪੇਸ਼ਾਵਰ ਰਾਗੀ ਵੀ ਫਿਲਮਾਂ ਵਿੱਚ ਪਿੱਠ ਭੂਮਾ ਦੇ ਗਾਇਕਾਂ ਵਾਂਗੂ ਕੀਰਤਨ ਕਰਨ ਲਈ ਭਾਰੀਆਂ ਫੀਸਾਂ ਮੰਗ ਕੇ ਦਿਨ ਦੂਣੇ ਵੱਧ ਰਹੇ ਹਨ। ਇਨ੍ਹਾਂ ਰੀਤਾਂ ਨੂੰ ਪੱਕਿਆਂ ਕਰਨ ਵਿੱਚ ਰਾਗੀਆਂ ਤੇ ਗ੍ਰੰਥੀਆਂ ਦੇ ਹਿੱਤ ਜੁੜ ਗਏ ਹਨ। ਜ਼ਾਤ-ਪਾਤ ਖਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਨੀਵੀਂ ਜਾਤੀ ਦੇ ਸਿੱਖਾਂ ਵਿਰੁੱਧ ਜ਼ਾਤ-ਪਾਤ ਦਾ ਵਿਤਕਰਾ ਹਿੰਦੂਆਂ ਦੇ ਮੁਕਾਬਲੇ ਥੋੜ੍ਹਾ ਜਿਹਾ ਹੀ ਘੱਟ ਹੈ।
ਮਾਨਵਤਾ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤਾ ਸਰਬੱਤ ਦੇ ਭਲੇ ਦਾ ਸੰਦੇਸ਼ ਧਾਰਮਿਕ ਸਮਾਗਮਾਂ ਸਮੇਂ ਇੱਕ ਪ੍ਰਾਰਥਨਾ ਗੀਤ ਬਣ ਕੇ ਰਹਿ ਗਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਸਿੱਖਿਆ ਕਿ ਹਥਿਆਰ ਚੁੱਕਣਾ ਉਦੋਂ ਹੀ ਜਾਇਜ਼ ਹੈ ਜਦੋਂ ਹੋਰ ਉਪਾਅ ਦੁਸ਼ਟਾਂ ਨੂੰ ਸਿੱਧੇ ਰਾਹ 'ਤੇ ਲਿਆਉਣ ਵਿੱਚ ਨਿਸਫਲ ਹੋ ਜਾਣ, ਉਸ 'ਤੇ ਚੱਲਣ ਦੀ ਥਾਂ ਅਵੱਗਿਆ ਵਧੇਰੀ ਕੀਤੀ ਜਾ ਰਹੀ ਹੈ। ਬਹੁਤ ਘੱਟ ਲੋਕ ਐਸੇ ਹਨ ਜੋ ਮਾਸੂਮ ਨਿਰਦੋਸ਼ਾਂ ਨੂੰ ਖਿੱਚ ਧੂ ਕਰਨ ਵਾਲਿਆਂ, ਬੱਸਾਂ ਵਿੱਚੋਂ ਲਾ ਕੇ ਬੇਹਥਿਆਰ ਲੋਕਾਂ ਨੂੰ ਮਾਰਨ ਵਾਲਿਆਂ, ਬਾਜ਼ਾਰ ਤੇ ਸਿਨੇਮਾ ਘਰਾਂ ਵਿੱਚ ਬੰਬ ਸੁੱਟਣ ਵਾਲੇ ਬਦਮਾਸ਼ਾਂ ਤੇ ਫਸਾਦੀਆਂ ਦੀ ਨਿੰਦਾ ਤੇ ਨਿਖੇਧੀ ਕਰਨ ਦੀ ਜੁਰਤ ਕਰਦੇ ਹਨ। ਹਿੰਦੂਆਂ ਨੂੰ ਸਤਾਉਣ ਵਾਲਾ ਭਿੰਡਰਾਂਵਾਲਾ ਸਿੱਖ ਸਮਾਜ ਦੇ ਉਜੜ ਤੇ ਮੂਰਖ ਵਰਗਾਂ ਦਾ ਨਾਇਕ ਬਣ ਗਿਆ ਹੈ। ਕਦੇ-ਕਦੇ ਇਸ ਤਰ੍ਹਾਂ ਜਾਪਦਾ ਹੈ ਕਿ ਗੁਰੂ ਵੱਲੋਂ ਨਿਰਧਾਰਤ ਕਾਰਜ ਪੂਰਾ ਕਰਕੇ ਖਾਲਸਾ ਹੁਣ ਆਪਣੀ ਸਾਰਥਕਤਾ ਗਵਾ ਚੁੱਕਾ ਹੈ ਤੇ ਗੁਰੂ ਸਾਹਿਬਾਨ ਨੇ ਆਪਣੀ ਅਗਮ ਸੋਝੀ ਨਾਲ ਉਸ ਨੂੰ ਅਜਿਹੇ ਆਗੂ ਦੇ ਦਿੱਤੇ ਹਨ ਜੋ ਉਸ ਦਾ ਭੋਗ ਪਾ ਦੇਣਗੇ, ਭਾਵ ਮਾਤਮੀ ਘੰਟੀ ਵਜਾ ਕੇ ਅੰਤ ਕਰ ਦੇਣਗੇ। ਬਾਕੀ ਅਗਲੇ ਭਾਗ ਵਿੱਚ। ਧੰਨਵਾਦ।